गेहूं की फसल का कम झाड़ होने के कारण खुदकुशी कर चुके नौजवान किसान के घर अफसोस करने के लिए पहुंचे पूर्व प्रधान कांग्रेस पार्टी पंजाब नवजोत सिंह सिद्धू। इस तरह है कि इस पिंड दी एक परिवार दी ऐसी दुखद कहानी है कि ਇਹਦੇ ਤੋਂ ਸਰਕਾਰਾਂ ਨੂੰ ਸਿੱਖ ਲੈਣੀ ਚਾਹੀਦੀ ਹੈ। ਮੈਂ ਕੇਜਰੀਵਾਲ ਸਾਹਿਬ ਦੀ ਸਟੇਟਮੈਂਟ ਸੁਣੀ ਸੀ, ਉਦੋਂ ਪਹਿਲਾਂ ਵੀ ਮੁੱਖ ਮੰਤਰੀਆਂ ਸੁਣਦਾ ਰਿਹਾ ਮੈਂ ਕਿ ਜੀ ਹੁਣ ਪੰਜਾਬ 'ਚ ਅਸੀਂ ਖੁਦਕੁਸ਼ੀ ਨਹੀਂ ਹੋਣ ਦਿਆ। ਇਹ ਮੈਂ 2-3 ਮਹੀਨੇ ਪਹਿਲਾਂ ਸੁਣੀ ਸੀ, ਤੁਸੀਂ ਵੀ ਸਾਰਿਆਂ ਨੇ ਸੁਣੀ ਹੋਣੀ। ਹਾਂਜੀ, ਮੇਰੇ ਖਿਆਲ 'ਚ 10 ਸਾਲ ਪਹਿਲਾਂ ਘਰ ਦਾ ਜਿਹੜਾ ਛੋਟਾ ਬੇਟਾ ਸੀ ਨਿਰਮਲ ਸਿੰਘ, ਮੈਂ ਠੀਕ ਕਹਿ ਰਿਹਾ ਬਾਪੂ, ਉਹ ਖੁਦਕੁਸ਼ੀ ਕਰ ਗਿਆ। ਜ਼ਮੀਨ ਰੇਤਲੀ ਹੈ, ਝਾੜ ਹੋਇਆ ਨਹੀਂ, ਖੁਦਕੁਸ਼ੀ ਕਰ ਗਿਆ। ਦੇਖੋ, ਦੋ ਪੁੱਤ, ਬਾਪ ਦੇ ਕਨੇਡੇ ਦੇ ਉੱਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਹੋ ਹੀ ਨਹੀਂ ਸਕਦਾ। ਤੇ ਅੱਜ 8-10 ਸਾਲ ਬਾਅਦ ਜਸਪਾਲ ਵੱਡਾ ਭਰਾ ਉਹਦਾ, ਦੋ ਬੱਚੇ, ਉਹ ਗੱਡੀ ਥੱਲੇ ਆ ਗਏ। ਕਾਰਨ, ਜਦੋਂ 3 ਕਾਲੇ ਕਾਨੂੰਨਾਂ ਵਾਲੀ ਵੀ ਗੱਲ ਚੱਲਦੀ ਸੀ, ਮੈਂ ਉਦੋਂ ਵੀ ਕਹਿੰਦਾ ਸੀ ਵੀ ਅਸੀਂ ਇਹ ਜੰਗ ਜਿੱਤ ਲਾਂਗੇ, ਪਰ ਇਹ ਜੰਗ ਜਿੱਤ ਕੇ ਵੀ ਕਿਸਾਨੀ ਦਾ ਮਸਲਾ ਨਹੀਂ ਹੱਲ ਹੋਣਾ, ਕਿਉਂਕਿ ਪਿਛਲੇ 30 ਸਾਲਾਂ ਤੋਂ ਕੋਈ ਕਿਸਾਨਾਂ ਦੀ ਪ੍ਰੋਡਕਟਿਵਿਟੀ ਨੂੰ ਵਧਾਉਣ ਵਾਲੀ ਨੀਤੀ ਨਹੀਂ ਆਈ। ਅਸੀਂ ਐਗਰੀਕਲਚਰ ਜਿਹੜਾ ਉਹ ਸਟੇਟ ਸਬਜੈਕਟ, ਅਸੀਂ ਕੋਈ ਇਹੋ ਜਿਹੇ ਕਾਨੂੰਨ ਹੀ ਨਹੀਂ ਬਣਾਏ ਜਿਹਦੇ ਨਾਲ ਕਿਸਾਨੀ ਪ੍ਰਫੁੱਲਿਤ ਹੋ ਸਕਦੀ ਹੈ। ਦੇਖੋ, ਮੈਂ 2.5 ਲੱਖ ਬੰਦਾ ਇੱਥੇ ਜਿਹੜਾ 2.5 ਕਿੱਲੇ ਜ਼ਮੀਨ ਜਿਨ੍ਹਾਂ ਕੋਲ ਹੈ, ਬਾਪੂ ਕੋਲ 11 ਕਿੱਲੇ ਜ਼ਮੀਨ ਹੈ, ਪਰ ਹੈ 5 ਕਿੱਲੇ ਵਰਗੀ, ਕਿਉਂਕਿ ਰੇਤਲੀ ਹੈ। ਅੱਛਾ, ਕਿਉਂਕਿ ਕਾਨੂੰਨ ਨੇ ਰੇਤ ਚੁੱਕਣ ਨਹੀਂ ਦਿੰਦੇ। ਦੇਖੋ, ਮੈਂ ਫੇਰ ਦੁਹਰਾ ਰਿਹਾ ਔਰ ਬਾਰ-ਬਾਰ ਦੁਹਰਾਉਂਦਾ ਰਹੂੰਗਾ। ਪਹਿਲੀ ਗੱਲ ਤੇ ਸਾਨੂੰ ਇਹੋ ਜਿਹੇ ਬਜ਼ੁਰਗਾਂ ਦੀ ਬਾਂਹ ਫੜਨੀ ਚਾਹੀਦੀ। ਉਨੀ ਕੁ ਕੰਪਨਸੇਸ਼ਨ, ਦੇਖੋ ਤੁਸੀਂ ਬਾਲੇ ਉੱਪਰ ਦੇਖ ਲਓ, ਆ ਇੱਧਰ ਦੇਖ ਲਓ, ਮਿੱਟੀ ਦੀ ਚਿਣਾਈ ਹੈ, ਲਿਪਿਆ ਨਹੀਂ ਗਿਆ ਘਰ, ਦੋ ਪੁੱਤ ਹੋਣ ਘਰ 'ਚ, ਹੈ ਨਹੀਂ। ਸਰਕਾਰਾਂ ਨੂੰ ਇਹਨਾਂ ਦੀ ਬਾਂਹ ਫੜਨੀ ਚਾਹੀਦੀ, ਕੰਪਨਸੇਸ਼ਨ ਵਰਦੀ ਮਿਲਣੀ ਚਾਹੀਦੀ। ਦੇਖੋ, ਇਹ ਕੋਈ, ਮੈਂ ਇੱਥੇ ਐਮਐਲਏ ਸਾਹਿਬ ਵੀ ਹੋਣਗੇ, ਉਹ ਸਾਡਾ ਆਮ ਆਦਮੀ ਪਾਰਟੀ ਦੇ ਹੋਣ, ਉਹਨਾਂ ਦੇ ਹੋਣ, ਲੇਕਿਨ ਇਹ ਪਾਰਟੀਆਂ ਤੋਂ ਬਹੁਤ ਉੱਤੇ ਉੱਠ ਕੇ ਮਸਲੇ ਨੇ। ਮੈਂ ਇਹੀ ਕਹਿੰਦਾ ਰਿਹਾ ਕਿ ਸਾਨੂੰ ਨੀਤੀਆਂ ਦੇ ਨਾਲ ਕਿਸਾਨੀ ਨੂੰ ਚੁੱਕਣਾ ਪਊਗਾ, ਚਾਹੇ ਉਹ ਕਿਸਾਨ ਜਥੇਬੰਦੀਆਂ ਨੇ, ਚਾਹੇ ਸਰਕਾਰਾਂ ਨੇ, ਚਾਹੇ ਅਸੀਂ ਸਾਰੇ ਹਾਂ। ਸਾਨੂੰ ਨੀਤੀਆਂ ਨਾਲ ਚੁੱਕਣਾ ਪਊ। ਕਾਸਟ ਆਫ ਪ੍ਰੋਬਲਮ ਕੀ ਹੈ? ਲਾਗਤ ਵੱਧ ਰਹੀ, ਉਪਜ ਘਟ ਰਹੀ, ਆਮਦਨ ਘਟ ਰਹੀ। ਸਵਾਮੀਨਾਥਨ ਰਿਪੋਰਟ 'ਚ ਡਬਲ ਕਰ ਦਿਆਂਗੇ, ਅੱਧੀ ਰਹਿ ਗਈ, ਤੁਸੀਂ ਦੇਖੋ, ਸਮਝੋ, ਗੱਲਾਂ ਸਾਰੇ ਕਰਦੇ। ਜਦ ਤੱਕ ਅਸੀਂ ਕਿਸਾਨੀ ਖੜੀ ਨਹੀਂ ਕਰਦੇ, ਪੰਜਾਬ ਦੁਆਰਾ ਉਥਾਨ ਨਹੀਂ ਹੋ ਸਕਦਾ। 60% ਆਬਾਦੀ ਨੂੰ ਜਦ ਤੱਕ ਅਸੀਂ ਅਹਿਮੀਅਤ ਨਹੀਂ ਦਿੰਦੇ, ਇਹ ਨਹੀਂ ਹੋ ਸਕਦਾ। ਚਾਹੇ ਤਾਂ ਤੁਸੀਂ ਮਾਰਕੀਟ ਦੇ ਦਿਓ, ਲਾ ਬਾਰਡਰ ਤੇ ਦੇ ਦਿਓ, ਆ 2000 ਦੀ ਜਿਹੜੀ ਇੱਥੇ ਵਿਕਦੀ ਹੈ, 2000 ਦੀ 4000 ਨੂੰ ਵਿਕੂ। ਜਿਹੜੀ ਕਪਾਹ ਹੈ ਡਬਲ ਹੋ ਜੂ, ਜਾਂ ਤੁਸੀਂ ਦੇ ਦਿਓ। ਪੈਟਰੋਲ ਡੀਜ਼ਲ ਤੁਸੀਂ ਦੇਖੋ 3 ਗੁਣਾ, ਡੀਏਪੀ ਨਕਲੀ ਖਾਦ ਦੁੱਗਣੀ, ਹਾਂਜੀ, ਫਰਟੀਲਾਈਜ਼ਰ ਬੀਜ ਦੁੱਗਣੀਆਂ ਕੀਮਤਾਂ, ਤੇ ਕਿਸਾਨ ਨੂੰ ਕੀ ਮਿਲਦਾ ਦੱਸੋ? 11 ਕਿੱਲੇ ਵਾਲੇ ਇੱਕ ਕਿਸਾਨ ਦੀ ਦੁੱਖ ਭਰੀ ਕਹਾਣੀ ਹੈ ਇਹ, ਕਿ 2 ਪੁੱਤ ਸੀ ਉਹਦੇ, ਦੋਹੇ ਖੁਦਕੁਸ਼ੀ ਕਰ ਗਏ, ਔਰ ਸਰਕਾਰਾਂ ਕਹਿੰਦੀਆਂ ਖੁਦਕੁਸ਼ੀ ਬੰਦ ਕਰ ਦਿਆ। ਕਿੱਥੇ ਨੇ ਕੇਜਰੀਵਾਲ ਸਾਹਿਬ ਹੁਣ? ਇਸੇ ਤਰ੍ਹਾਂ ਜੇ ਨੀਤੀਆਂ ਹੋਣ, ਜੇ ਤੁਸੀਂ ਕਿਸਾਨ ਨੂੰ ਸਟੋਰੇਜ ਦਿਓ, ਔਰ ਤੁਸੀਂ ਕਿਸਾਨ ਦੀ ਜਿਹੜੀ MSP ਹੈ ਉਹ ਮਿਨੀਮਮ ਸਪੋਰਟ ਪ੍ਰਾਈਸ ਦੇਣਾ, ਮੈਕਸਿਮਮ ਸਪੋਰਟ ਪ੍ਰਾਈਸ ਕਰੋ, ਸਵਾਮੀਨਾਥਨ ਜਿਵੇਂ ਕਹਿੰਦਾ, ਉਹਦੇ ਨਾਲ ਤੁਸੀਂ ਉਹਨੂੰ ਮਾਰਕੀਟ ਦਿਓ, ਕੋਆਪਰੇਟਿਵ ਦਿਓ, ਉਹਨੂੰ ਸਟੋਰੇਜ ਦਿਓ, ਹਾਂਜੀ।
ਨਹਿਰੀ ਪਾਣੀ ਦਿਓ। ਹੁਣ ਤੁਸੀਂ ਦੇਖੋ, ਇਹ ਕਹਿੰਦਾ ਨਹਿਰੀ ਪਾਣੀ ਆਉਂਦਾ ਜੀ ਇੱਥੇ, ਕਹਿੰਦਾ ਸੁਣੋ ਨਾ ਜੀ, ਕਹਿੰਦਾ ਨਹਿਰੀ ਪਾਣੀ। ਮੈਂ ਜਦੋਂ ਛੋਟਾ ਹੁੰਦਾ, ਮੈਂ ਪਹਿਲਾਂ ਵੀ ਕਹਿੰਦਾ, ਟੇਲ ਤੇ ਹੀ ਪਾਣੀ ਜਾਂਦਾ ਹੁੰਦਾ ਸੀ। ਹੁਣ ਇਹਨਾਂ ਦਾ ਖੇਤ ਟੇਲ ਤੇ ਹੈ, ਪਾਣੀ ਨਹੀਂ ਆਉਂਦਾ, ਪਾਣੀ ਨਹੀਂ ਆਉਂਦਾ। ਉਧਰ ਲੋਕੀ ਚੀਕਾਂ ਮਾਰੀ ਜਾਂਦੇ ਵੀ ਫਲਾਣੇ ਨੂੰ ਦੇ ਦਿਓ, ਸੂਬੇ ਨੂੰ ਫਲਾਣੇ ਨੂੰ ਦੇ ਦਿਓ। ਸਾਡੇ ਆਪਦੇ ਕਿਸਾਨ ਦੀ ਟੇਲ ਦੇ ਉੱਤੇ ਪਾਣੀ ਨਹੀਂ ਜਾਂਦਾ ਹੈ ਜੀ। ਜਦ ਤੱਕ ਅਸੀਂ ਉਹ ਨੀਤੀ ਨਹੀਂ ਬਣਾਉਂਦੇ ਜਿਹਦੇ ਨਾਲ ਅਸੀਂ ਕਿਸਾਨ ਦੀ ਉਪਜ ਨੂੰ ਵਧਾ ਸਕੀਏ, ਤਦ ਤੱਕ ਹੋਣਾ। ਡਾਈਵਰਸੀਫਿਕੇਸ਼ਨ ਕਰਨ 'ਚ ਕੀ ਜਾਂਦਾ ਭਾਈ, ਜੋ ਅਸੀਂ ਖਾਂਦੇ ਹਾਂ ਉਗਾਉਂਦੇ ਹਾਂ। ਇਹ ਪਹਿਲੀ ਵਾਰ ਹੈ ਕਿ ਕਿਸੇ ਚੀਫ ਮਿਨਿਸਟਰ ਨੇ, ਭਗਵੰਤ ਨੇ ਕਿਹਾ ਵੀ ਭਾਈ ਅਸੀਂ ਦਾਲਾਂ ਤੇ, ਮੈਂ ਹਮੇਸ਼ਾ ਕਹਿੰਦਾ ਸੀ ਦਾਲਾਂ ਦੇ ਉੱਤੇ, ਆਇਲ ਸੀਡਸ ਦੇ ਉੱਤੇ, ਹਾਂਜੀ, ਮੱਕੀ ਦੇ ਉੱਤੇ ਤੁਸੀਂ ਡਾਈਵਰਸੀਫਿਕੇਸ਼ਨ ਕਰੋ, ਝੋਨੇ ਤੋਂ ਪਾਸੇ ਹੋ ਕੇ ਨਵੀਆਂ ਫਸਲਾਂ ਕਿਤੇ ਪਹਿਲ ਤੇ ਕਰੋ। ਔਰ ਸਭ ਤੋਂ ਜ਼ਿਆਦਾ ਅਹਿਮੀਅਤ ਇੱਕ ਦੋ ਬੰਦਿਆਂ ਨੂੰ ਨਾ ਦਈਏ, ਗਰੀਬ ਨੂੰ ਦਈਏ, ਮਜ਼ਲੂਮ ਨੂੰ ਦਈਏ, ਜ਼ਰੂਰਤਮੰਦ ਨੂੰ ਦਈਏ। ਦੇਖੋ ਉਹਦਾ ਸਟੇਟਮੈਂਟ ਆ ਗਈ, ਮੈਂ ਅੱਜ ਵੀ ਗੱਲ ਕਰ ਰਿਹਾ ਸੀਗਾ ਕਿ 2000 ਦੇ ਨਿਕਲੇ ਸੀ, 2000 ਤੇ ਉਹ ਸਟੇਟਮੈਂਟ ਆ ਗਈ ਹੈ ਸਰਕਾਰ ਦੀ ਵੀ ਇਹੋ ਜਿਹਾ ਕੁਝ ਨਹੀਂ ਹੋਊਗਾ। ਵਿੱਤ ਮੰਤਰੀ ਨੇ ਕਿਹਾ ਵੀ ਇਹ ਕਾਂਗਰਸ ਸਰਕਾਰ ਵੇਲੇ ਦੇ ਜਾਰੀ ਹੋਏ ਨੇ। ਦੇਖੋ, ਤੁਹਾਨੂੰ ਲੱਗਦਾ ਹੈ ਕਿ ਸਿਰਫ ਇਹ ਕਾਂਗਰਸ ਤੇ ਆਪ ਦਾ ਮਾਮਲਾ? ਹਾਂਜੀ, 8000 ਖੁਦਕੁਸ਼ੀਆਂ ਉਦੋਂ ਹੋ ਗਈਆਂ, ਹੁਣ ਵੀ ਜਾਰੀ ਨੇ। ਤੇ ਤੁਸੀਂ ਕਹਿੰਦੇ ਸੀ ਕਿ ਹੁਣ ਖੁਦਕੁਸ਼ੀ ਨਹੀਂ ਹੋਣ ਦੇਵਾਂਗੇ, ਤੁਹਾਡੇ ਮੁੱਖ ਮੰਤਰੀ ਨੇ, ਦਿੱਲੀ ਵਾਲੇ ਨੇ ਕਿਹਾ। ਇਹ ਸਾਰਿਆਂ ਨੂੰ ਇਕੱਠੇ ਹੋ ਕੇ ਸਿਰ ਲਾ ਕੇ, ਮੈਂ ਫੇਰ ਕਹਿ ਰਿਹਾ, ਨੀਤੀਗਤ ਤਰੀਕੇ ਦੇ ਨਾਲ ਤੁਸੀਂ ਗਰੰਟੀ ਦੇ ਕੇ, ਜੇ ਗਰੰਟੀ ਦੇਣੀ ਹੈ ਤਾਂ ਤੁਸੀਂ ਨੀਤੀ ਦਿਓ ਨਾ, ਇਹ ਜੀ ਪਾਲਿਸੀ ਦਿਓ ਨਾ, ਕਿਸਾਨ ਨੂੰ ਇੱਕ ਪੱਕੀ ਪ੍ਰਾਈਸ ਦਿਓ ਨਾ। ਤੇ ਫਿਰ ਜਿਹੜੀ ਇਨਫਲੇਸ਼ਨ ਹੈ, ਜਿਹੜੀਆਂ ਕੀਮਤਾਂ ਵੱਧਦੀਆਂ ਨੇ, ਜਿਹੜੀਆਂ ਲਾਗਤਾਂ ਵੱਧਦੀਆਂ ਨੇ, ਉਹਦੇ ਹਿਸਾਬ ਦੇ ਨਾਲ ਉਹਦੀ MSP ਚੱਕੋ ਨਾ। ਤੁਸੀਂ ਕਾਰਪੋਰੇਟਾਂ ਨੂੰ ਤਾਂ ਮੈਕਸਿਮਮ ਸਪੋਰਟ ਪ੍ਰਾਈਸ ਦਿੰਦੇ ਹੋ ਕਿ ਭਾਈ ਤੇਰੀ ਸਟੋਰੇਜ 25% ਵੀ ਹੋਈ, ਤੈਨੂੰ 100 ਦਾ ਕਿਰਾਇਆ ਦੇਵਾਂਗੇ। ਇੱਥੇ ਤੁਸੀਂ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਦਿੰਦੇ। ਸਿੱਧੂ ਇੱਕ ਸਟੇਜ ਤੇ ਅੱਜ ਤੁਸੀਂ ਨਹੀਂ ਗਏ, ਕੀ ਕਾਰਨ ਕੀ ਰਿਹਾ? ਯਾਰ ਇਹ ਗੱਲ ਨਹੀਂ ਹੈ ਇੱਥੇ ਕਰਨ ਵਾਲੀ, ਇਹ ਮਤਲਬ ਇੱਥੇ ਗੱਲ ਮੈਂ ਅਫਸੋਸ ਕਰਨਾ ਆਇਆ ਇੱਥੇ। ਇਹਦੇ ਕੋਈ ਗੱਲਾਂ ਹੀ ਨਹੀਂ, ਇਹ ਗੱਲਾਂ ਦਾ ਜਵਾਬ ਨਹੀਂ ਦੇਣਾ ਮੈਂ ਗੱਲਾਂ ਦਾ ਕੋਈ ਜਵਾਬ ਨਹੀਂ। ਇੱਕ ਮਹੀਨੇ ਦਾ ਸਮਾਂ ਹੋਇਆ ਆਮ ਆਦਮੀ ਪਾਰਟੀ ਸਰਕਾਰ ਬਣੀ ਨੂੰ, ਤੁਸੀਂ ਰਬੜ ਦਾ ਗੁੱਦਾ ਕਹਿ ਰਹੇ ਹੋ ਭਗਵੰਤ ਮਾਨ ਨੂੰ, ਤੇ SGPC ਕਹਿ ਰਹੇ ਮਾਫੀ ਮੰਗੀ, ਸ਼ਰਾਬ ਪੀ ਕੇ ਆਏ। ਦੇਖੋ ਸਵਾਲ ਇਹ ਨਹੀਂ ਹੈ, ਦੇਖੋ ਮੈਂ ਭਗਵੰਤ ਦੀ ਜਿੱਥੇ ਤਾਰੀਫ ਕਰਨ ਵਾਲੀ ਗੱਲ ਹੁੰਦੀ ਹੈ ਤਾਰੀਫ, ਲੇਕਿਨ ਜਿੱਥੇ ਗੱਲ ਸਾਡੇ ਵਕਾਰ ਦੀ ਆ ਜਾਂਦੀ ਹੈ, ਸਾਡੇ ਵਰਚਸਵ ਦੀ ਆ ਜਾਂਦੀ ਹੈ, ਸਾਡੀ ਹੋਂਦ ਦੀ ਆ ਜਾਂਦੀ ਹੈ, ਕਹਿੰਦੇ ਨੇ ਨਾ ਕਿ ਇਹ ਸਵਾਲ ਪੰਜਾਬੀਅਤ ਦਾ ਹੈ ਵੀ ਭਾਈ ਪੰਜਾਬੀ ਨਿਰਣੇ ਲੈ ਰਹੇ ਨੇ। 20 ਬੰਦੇ ਦਿੱਲੀੋਂ ਆਉਂਦੇ ਆ, ਮੰਤਰੀ ਵੀ ਨਹੀਂ ਹੁੰਦਾ, ਕਹਿੰਦੇ ਕਮਰਾ ਖੋਲੋ, ਕਹਿੰਦੇ ਜੀ ਮੰਤਰੀ ਨਾਲ, ਠੀਕ ਹੈ ਮੰਤਰੀ ਨੂੰ ਨਾਲ ਭਾਲਾਂ। ਇਹ ਜਵਾਬ ਨਹੀਂ ਦਿਆ। ਬਿਜਲੀ ਦਾ ਮੁੱਦਾ, ਤੁਸੀਂ ਬਿਜਲੀ ਦਾ ਮੁੱਦਾ ਮੁੱਕਰ ਕੇ, ਮੈਂ ਬਾਰ-ਬਾਰ ਨਹੀਂ ਦੁਹਰਾਉਣਾ ਚਾਹੁੰਦਾ। ਇੱਥੇ ਮੈਂ ਕਿਸਾਨੀ ਤੇ ਗੱਲ ਕਰਨਾ ਚਾਹੁੰਦਾ, ਔਰ ਕਿਸਾਨੀ ਦੀ ਗੱਲ ਕਰਨਾ ਚਾਹੁੰਦਾ, ਔਰ ਕਿਸਾਨੀ ਦੀ ਗੱਲ, ਕਿਸਾਨੀ ਤਾਂ ਉਭਰੂਗੀ। ਮੈਂ ਫੇਰ ਕਹਿਣਾ, ਜੇ ਕਿਸੇ ਕੋਲ ਇਹਦੇ ਨਾਲੋਂ ਬਿਹਤਰ ਨੀਤੀ ਹੋਵੇ ਤੇ ਦੱਸੇ। ਜਦ ਤੱਕ ਅਸੀਂ ਐਸੇ ਲੋਕਾਂ ਦੀ ਬਾਂਹ ਨਹੀਂ ਫੜਦੇ, ਇਹਨਾਂ ਨੂੰ ਚੰਗੀ ਵਾਜਬ ਕੰਪਨਸੇਸ਼ਨ ਨਹੀਂ ਦਿੰਦੇ, ਇਹਨਾਂ ਦੇ ਪਰਿਵਾਰ ਖੜੇ ਨਹੀਂ ਕਰਦੇ, ਇਹਨਾਂ ਦੇ ਲਈ ਅਸੀਂ ਚੰਗੀਆਂ ਪਾਲਿਸੀਆਂ ਨਹੀਂ ਲੈ ਕੇ ਆਉਂਦੇ, ਇਹਨਾਂ ਦੀਆਂ ਜਿਣਸਾਂ ਦੀਆਂ ਕੀਮਤਾਂ ਫਿਕਸ ਨਹੀਂ ਕਰਦੇ, ਡਾਈਵਰਸੀਫਿਕੇਸ਼ਨ ਨਹੀਂ ਕਰਦੇ, ਸਟੋਰੇਜ, ਕੋਆਪਰੇਟਿਵ, ਕਿਸਾਨ ਵਾਹਿਦ ਇੱਕ ਕਿੱਤਾ ਹੈ, ਔਰ ਬਾਬੇ ਨਾਨਕ ਦਾ ਕਿੱਤਾ ਹੈ, ਜਿਹੜਾ ਆਪਣੀ ਫਸਲ ਦਾ ਰੇਟ ਆਪ ਫਿਕਸ ਨਹੀਂ ਕਰਦਾ। ਤੁਸੀਂ ਦੁਕਾਨ ਤੇ ਜਾਂਦੇ ਹੋ, ਕੋਈ ਵੀ ਚੀਜ਼ ਲੈਣੀ ਹੋਵੇ, ਅਗਲਾ ਕਹਿੰਦਾ ਇੰਨੇ ਦੀ ਲੈਣੀ ਹੈ, ਲੈ, ਨਹੀਂ ਤਾਂ ਜਾ। ਲੇਕਿਨ ਕਿਉਂਕਿ ਕਿਸਾਨ ਕੋਲ ਸਟੋਰੇਜ ਨਹੀਂ, ਕਿਸਾਨ ਕੋਲ ਉਹ ਸਹੂਲਤਾਂ ਨਹੀਂ, ਔਰ ਉਹਦੇ ਕੋਲ ਪੈਰਿਸ਼ੇਬਲ ਕਮੋਡਿਟੀਆਂ ਨੇ। ਜੇ 5 ਰੁਪਏ ਦਾ ਟਮਾਟਰ ਹੈ, ਸ਼ਾਮ ਨੂੰ 25 ਦਾ ਵਿਕਦਾ, ਲੇਕਿਨ ਉਹ ਤੋਂ 5 ਲਿੱਤਾ ਜਾਂਦਾ। ਫਿਰ ਜੇ ਉਹਨੇ 5 ਮਹੀਨੇ ਬਾਅਦ ਲੈਣਾ ਹੁੰਦਾ, ਉਹ 60 ਦਾ ਵਿਕਦਾ, ਕਿਉਂਕਿ ਉਹ ਅਡਾਨੀ ਦੇ ਕੋਲਡ ਸਟੋਰੇਜ ਚਲੇ ਜਾਂਦਾ। ਇਸ ਕਰਕੇ ਜੇ ਇਹਨਾਂ ਦੀ ਬਾਂਹ ਨਹੀਂ ਫੜਾਂਗੇ ਤੇ ਫਿਰ ਪੰਜਾਬ ਦੀ ਬਾਂਹ ਨਹੀਂ ਫੜਾਂਗੇ। ਮੈਂ ਕਹਿੰਦਾ ਇਹ ਸਾਰੇ ਪੰਜਾਬ ਦਾ ਮੁੱਦਾ, ਸਾਰਿਆਂ ਨੂੰ ਸਿਰ ਜੋੜ ਕੇ ਇਹਨੂੰ ਅਹਿਮੀਅਤ ਦੇਣੀ ਚਾਹੀਦੀ ਹੈ, ਇਹਨੂੰ ਪਹਿਲ ਦੇਣੀ ਚਾਹੀਦੀ ਹੈ, ਔਰ ਐਸੇ ਬਜ਼ੁਰਗਾਂ ਦੀ ਬਾਂਹ ਫੜ ਕੇ ਇਹਨਾਂ ਨੂੰ ਵੱਧ ਤੋਂ ਵੱਧ ਕੰਪਨਸੇਸ਼ਨ ਦੇਣੀ ਚਾਹੀਦੀ। ਮੈਂ ਇਸ ਮੁੱਦੇ ਦੇ ਉੱਤੇ, ਇਹ ਸਾਡੀ ਪੱਗ ਹੈ, ਇਹ ਸਾਡੀ ਪੱਗ ਹੈ, ਸਾਡੀ ਇੱਜ਼ਤ ਹੈ, ਸਾਡਾ ਮਾਨ ਸਨਮਾਨ ਹੈ। ਜੇ ਪਹਿਲਾਂ ਲਹਿਰ ਚੱਲੀ ਸੀ ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਹੋਏ, ਬੈਰੀਆਂ ਨੇ ਅੱਜ ਤੇਰਾ ਲੁੱਟ ਲਿਆ ਮਾਲ ਹੋਏ, ਉਹ ਅੱਜ ਵੀ ਸੱਚ ਹੈ, ਉਹ ਅੱਜ ਵੀ ਸੱਚ ਹੈ, ਔਰ ਮੈਂ ਉਸੇ ਦੀ ਪਹਿਰੇਦਾਰੀ ਕਰਨਾ ਆ।
ਇਸ ਕਰਕੇ ਮੈਨੂੰ ਸਿਵਾਏ ਕਿਸਾਨੀ ਦੇ ਅੱਜ ਇੱਥੇ ਕੋਈ ਸਵਾਲ ਨਾ ਪੁੱਛੋ। ਮੈਂ ਇਹ ਤੁਹਾਨੂੰ ਕਹਿ ਰਿਹਾ ਸਿੱਧੂ ਸਾਹਿਬ ਹਰੀ ਦਿੱਲੀ ਹਾਂਜੀ ਜੀ, ਤੁਸੀਂ ਸੁਣੋ, ਮੈਂ ਇਸ ਤੋਂ ਅੱਗੇ ਜਾਣਾ, ਉਹਨਾਂ ਨੇ ਕਿਹਾ 1 ਹੈਕਟਰ ਮੈਂ 50,000 ਰੁਪਈਏ ਮੁਆਵਜ਼ਾ ਦਿਆਂਗਾ। ਪਹਿਲੇ 6 ਸਾਲ ਨਹੀਂ, ਜਦੋਂ ਪੰਜਾਬ 'ਚ ਇਲੈਕਸ਼ਨ ਸੀ ਉਦੋਂ ਕਿਹਾ, ਠੀਕ ਹੈ ਜੀ। ਉਦੋਂ ਬਾਅਦ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਗਏ, ਉਹ ਜਿੱਤ ਗਏ। ਫਿਰ ਉਹਨਾਂ ਨੇ ਜੁਲਾਈ 8 ਦਾ ਅਨਾਊਂਸਮੈਂਟ ਕਰਤੀ ਵੀ ਅਸੀਂ ਬਿਜਲੀ ਇੰਨੀ ਫ੍ਰੀ ਕਰਾਂਗੇ, ਕੀਤੀ ਹੈ ਨਹੀਂ, ਤੇ ਉੱਥੇ ਪੋਸਟਰ ਲਾ ਦੇਣਗੇ ਹਿਮਾਚਲ ਪ੍ਰਦੇਸ਼। ਇਹਦਾ ਮਤਲਬ ਤੁਸੀਂ ਲੋਕਾਂ ਦੀ ਜ਼ਿੰਦਗੀ ਬਦਲਣ ਨਹੀਂ ਸੀ ਆਏ, ਤੁਸੀਂ ਸੱਤਾ ਹਾਸਲ ਕਰਨ ਆਏ ਸੀ, ਔਰ ਤੁਸੀਂ ਪੰਜਾਬ ਦੀ ਪਿੱਠ ਦੇ ਉੱਤੇ ਪੱਬ ਰੱਖ ਕੇ ਅੱਜ ਤੁਸੀਂ ਹਿਮਾਚਲ ਪ੍ਰਦੇਸ਼ ਔਰ ਗੁਜਰਾਤ ਜਾਣਾ ਚਾਹੁੰਦੇ ਹੋ। ਸਰ ਦਿੱਲੀ ਦੇ ਵਿੱਚ ਕਿਸਾਨ ਖੁਦਕੁਸ਼ੀ ਕਰਦਾ 1 ਕਰੋੜ ਰੁਪਏ ਦਿੱਤਾ ਜਾਂਦਾ, ਪੰਜਾਬ ਦੇ ਕਿਸਾਨਾਂ ਦੀ ਸਾਰ ਨਹੀਂ, ਹੁਣ ਇਹ ਪੱਖਪਾਤ ਕਿਉਂ? ਉਹ ਤਾਂ ਇਹ ਕਹਿੰਦੇ ਸੀ ਮੈਂ ਖੁਦਕੁਸ਼ੀ ਕਰਨ ਹੀ ਨਹੀਂ ਦਊਂਗਾ, ਠੀਕ ਹੈ। ਅੱਜ ਭਗਵੰਤ ਨੇ ਕਿਹਾ ਮੈਂ 1 ਕਰੋੜ ਰੁਪਈਆ ਕਿਸੇ ਵੀ ਪੁਲਿਸ ਵਾਲੇ, ਮੈਂ ਕਹਿੰਦਾ ਬਹੁਤ ਚੰਗੀ ਗੱਲ ਹੈ, ਮੈਂ ਸਰਾਹਨਾ ਸ਼ਲਾਘਾ ਕਰਦਾ ਕਿ ਦੁੱਖ ਮੰਡਾਇਆ। ਲੇਕਿਨ ਐਸੇ ਬਾਪ ਦੇ ਬਾਰੇ ਕੀ ਕਹੋਗੇ ਜਿਹਦੇ ਘਨੇੜਿਆਂ ਦੇ ਉੱਤੇ 2 ਪੁੱਤਾਂ ਦਾ ਜਨਾਜ਼ਾ ਹੈ, 2 ਬੇਟਿਆਂ ਦਾ ਜਨਾਜ਼ਾ, ਤੇ ਕੋਈ ਕੰਪਨਸੇਸ਼ਨ ਨਹੀਂ। ਦੇਖੋ, ਰੂਲ ਜਿਹੜੇ ਨੇ, ਨਿਆਂ ਜਿਹੜਾ ਹੈ, ਉਹ ਹਮੇਸ਼ਾ ਜ਼ਰੂਰਤਮੰਦ ਨੂੰ ਦਿਖਦਾ। ਇਦੋਂ ਵੱਧ ਕੋਈ ਜ਼ਰੂਰਤਮੰਦ ਨਹੀਂ। ਮੈਂ ਫਰਿਆਦ ਕਰਦਾ ਆਪਣੇ ਛੋਟੇ ਭਰਾ ਨੂੰ ਕਿ ਇਹਨਾਂ ਦੀ ਬਾਂਹ ਫੜਨ। ਜੇ ਕੋਈ ਜ਼ਮੀਨ ਹੈ ਰੇਤਲੀ ਹੈ, ਔਰ ਉਸ ਰੇਤਲੀ ਜ਼ਮੀਨ ਨੂੰ ਅਗਰ ਉੱਪਰੋਂ 1.5-2 ਫੁੱਟ ਉਹ ਜ਼ਮੀਨ ਦੇ ਜਿਹੜੇ ਖਰਾਬ ਤੱਤ ਨੇ ਉਹਨਾਂ ਨੂੰ ਰਿਪਲੇਸ ਕਰਕੇ ਉੱਥੇ ਝੋਨਾ ਵੀ ਲਾਇਆ ਜਾ ਸਕਦਾ ਹੈ। ਇਹਦੇ ਬਾਰੇ ਵੀ ਪਾਲਿਸੀ ਬਣੇ। ਸਿੱਧੂ ਸਾਹਿਬ ਇੱਕ ਸਰਕਾਰ ਹਰੀਸ਼ ਚੌਧਰੀ ਨੇ ਕਿਹਾ ਕਿ ਉਹ ਪਾਰਟੀ ਚਲੋ ਕੋਈ ਗੱਲ ਨਹੀਂ, ਪਾਸੇ ਉਸ ਤੇ ਕਾਰਵਾਈ ਅਫਸੋਸ ਕਰਨ ਆਏ ਜੀ। ਫਿਰ ਇਹਨਾਂ ਦਾ ਜੋ ਪਰੰਪਰਾਰ ਆਪਣਾ ਪਾਰਟੀ ਦੇ ਸੀਗੇ ਅਹੁਦੇਦਾਰ ਆ, ਤੇ ਉਹ 'ਚੋਂ ਫਿਰ ਤੈਨੂੰ ਪਤਾ ਹੈ ਵੋਟਾਂ 'ਚ ਅਸੀਂ ਖੜੇ ਹੋਏ ਸੀਗੇ, ਤੇ ਉਹ 'ਚੋਂ ਫਿਰ ਤੈਨੂੰ ਪਤਾ ਹੀ ਆ ਹੁਣ ਬਲਾ ਆਉਣਾ ਸੀਗਾ, ਉਹ 'ਚੋਂ ਇਹ ਹਾਰ ਗਏ ਨਾ। ਤੇ ਉਹਦੇ ਮੇਰੇ ਘਰ ਤੁੱਕ ਬੁਲਾਉਣ ਦੀ ਖਾਤਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਇਹ ਪਹੁੰਚੇ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ? ਦੇਖੋ ਜੀ, ਪਤਾ ਹੀ ਹੈ ਹੁਣ ਸਰਕਾਰਾਂ ਬਾਰੇ ਸਾਨੂੰ, ਅਸੀਂ ਗ੍ਰਾਹਕਾਂ ਨਾਲ ਜੁੜੇ ਹੋਏ ਹਾਂ, 35 ਸਾਲ ਹੋ ਗਏ, 40 ਸਾਲ ਸਾਨੂੰ ਜੁੜਿਆ ਹੋਇਆ ਨੂੰ। ਤੁਹਾਨੂੰ ਲੱਗਦਾ ਸੰਘਰਸ਼ ਤੋਂ ਬਿਨਾਂ ਬਸ ਤੁਹਾਨੂੰ ਪਤਾ ਹੀ ਹੈ ਜੀ, ਬਾਹਲੀਆਂ ਗੱਲਾਂ